5 ਬੈਂਡ ਦੇ ਲਈ ਤੁਸੀਂ ਕੋਈ 40 ਚੋਂ 40 ਠੀਕ ਨਹੀਂ ਕਰਨੇ, ਕੋਈ 24-25 ਵੀ ਠੀਕ ਕਰ ਲਓਗੇ ਤਾਂ ਵੀ ਤੁਹਾਡੇ ਬੈਂਡ ਬੜੇ ਆਰਾਮ ਨਾਲ ਆ ਜਾਣੇ ਨੇ। ਸੋ ਜਿਹਦੇ ਕਰਕੇ ਮੈਂ ਤੁਹਾਨੂੰ, ਅਗਰ ਤੁਸੀਂ ਸਾਡੇ ਨਾਲ ਲਾਈਵ ਟ੍ਰੇਨਿੰਗ ਲਈ ਜੁੜਦੇ ਹੋ ਜਿਹਦੇ ਵਿੱਚ ਤੁਹਾਡੀ 5 ਬੈਂਡ ਦੀ ਦਰਕਾਰ ਆ, ਅਸੀਂ ਉਹਨੂੰ ਪੂਰੀ ਕਰਨ 'ਚ ਤੁਹਾਡੀ 100% ਹੈਲਪ ਕਰਾਂਗੇ। ਸਾਡੀ ਖਾਸ ਤੌਰ ਤੇ ਟ੍ਰੇਨਿੰਗ GD ਸਟੂਡੈਂਟਸ ਲਈ ਜਿਹੜੇ ਆਲਰੇਡੀ ਵਿਦੇਸ਼ਾਂ 'ਚ ਬੈਠੇ ਆ, ਤੁਸੀਂ ਦੁਬਈ ਹੋ ਸਕਦੇ ਹੋ, ਸਿੰਗਾਪੁਰੋਂ, ਸਾਈਪ੍ਰਸ ਹੋ, ਤੁਸੀਂ ਕੁਵੈਤ, ਸਾਊਦੀ ਅਰੇਬੀਆ, ਕਿਸੇ ਵੀ ਕੰਟਰੀ 'ਚੋਂ ਤੇ ਤੁਹਾਨੂੰ ਕੈਨੇਡਾ मूव ਕਰਨ 'ਚ ਹੈਲਪ ਚਾਹੀਦੀ ਹੈ ਜਾਂ ਆਲਰੇਡੀ ਤੁਸੀਂ ਕਿਸੇ ਨਾ ਕਿਸੇ ਤਰੀਕੇ ਕੈਨੇਡਾ ਪਹੁੰਚ ਚੁੱਕੇ ਹੋ ਤੇ ਅੱਜ PR ਦੇ ਲਈ ਤੁਹਾਡੀ ਸਿਰਫ 5 ਬੈਂਡ ਦੀ ਰਿਕੁਆਇਰਮੈਂਟ ਆ, ਸਾਨੂੰ ਕਨੈਕਟ ਕਰੋ। ਅਸੀਂ ਤੁਹਾਡੇ ਲਈ ਬਹੁਤ ਸਪੈਸ਼ਲ ਤੇ ਲਾਈਵ ਟ੍ਰੇਨਿੰਗ ਆਰਗੇਨਾਈਜ਼ ਕਰਾਂਗੇ। ਇੰਡੀਆ 'ਚ ਰਾਤ ਦੇ 10 ਵਜੇ ਆ, 12 ਵਜੇ ਆ, ਤੁਹਾਡੇ ਲਈ ਸੈਸ਼ਨਸ ਆਰਗੇਨਾਈਜ਼ ਹੋਣਗੇ ਤੇ ਤੁਸੀਂ ਦੇਖਣਾ ਕਿ ਕਿੱਦਾਂ 1 ਮਹੀਨੇ ਦੇ ਅੰਦਰ ਤੁਹਾਨੂੰ ਅਸੀਂ ਆਪਣਾ ਜਿਹੜਾ 5 ਬੈਂਡ ਦਾ ਟਾਰਗੇਟ ਅਚੀਵ ਕਰਨ 'ਚ ਹੈਲਪ ਕਰਾਂਗੇ। ਨੋ ਮੈਟਰ ਕਿ ਜਿਹੜਾ ਤੁਹਾਡਾ ਸਟੱਡੀ ਦਾ ਗੈਪ ਆ ਉਹ ਕਿੰਨੇ ਕੁ ਸਾਲਾਂ ਦਾ ਹੈਗਾ। ਕੈਨੇਡਾ ਦੀ PR ਦਾ ਸੁਪਨਾ ਬਹੁਤ ਸਾਰੇ ਸਟੂਡੈਂਟਸ ਦਾ। PR ਉਹ ਵੀ ਜਦੋਂ ਸਿਰਫ 5 ਬੈਂਡਸ ਦੇ ਨਾਲ ਮਿਲਦੀ ਹੋਵੇ, ਲੇਕਿਨ ਗੌਰ ਨਾਲ ਸੁਣ ਲਿਓ ਕਿ 5 ਬੈਂਡ ਤੇ PR ਕੈਨੇਡਾ ਦੀ ਮਿਲਦੀ ਕਿਹਨੂੰ ਆ, ਜਿਨ੍ਹਾਂ ਦੇ ਅੰਦਰ ਵਾਕਈ ਕੋਈ ਨਾ ਕੋਈ ਸਕਿੱਲ ਹੈਗੀ ਆ। ਬਹੁਤ ਸਾਰੇ ਡਰਾਈਵਰਸ ਜਿਹੜੇ ਆਪਣੇ ਵੀਰ ਇੰਡੀਆ ਦੇ ਵਿੱਚ, ਕਈ ਦੁਬਈ ਦੇ ਵਿੱਚ, ਕਈ ਸਿੰਗਾਪੁਰ ਦੇ ਵਿੱਚ, ਕੋਈ ਮਕੈਨੀਕਲ, ਕੋਈ ਡੀਜ਼ਲ ਮਕੈਨਿਕਸ, ਕੋਈ ਆਪਣਾ 에ਅਰ ਕੰਡੀਸ਼ਨਿੰਗ ਦਾ ਕੰਮ ਕਰਦੇ ਨੇ, ਕਾਰਪੈਂਟਰਸ ਨੇ, ਇੱਦਾਂ ਦੇ ਬਹੁਤ ਸਾਰੇ ਐਸੇ ਕੰਮ ਕਰਨ ਵਾਲੇ ਜਿਹੜੇ ਸਕਿਲਡ ਪਰਸਨ ਹੈਗੇ ਆ। ਉਹਨਾਂ ਦੇ ਲਈ ਕੈਨੇਡਾ ਉਹਨਾਂ ਨੂੰ ਮੌਕਾ ਦਿੰਦਾ ਕਿ ਉਹ ਕੈਨੇਡਾ ਆਣ, PR ਅਪਲਾਈ ਕਰਕੇ PR ਬੇਸਿਸ ਤੇ ਆਣ, ਲੇਕਿਨ ਉਹਨਾਂ ਕੋਲੋਂ ਇੱਕ ਰਿਕੁਆਇਰਮੈਂਟ ਹੈ ਸਿਰਫ 5 ਬੈਂਡ ਦੇ। 5 ਬੈਂਡ ਸੁਣਨ ਨੂੰ ਬਹੁਤ ਸਾਰੇ ਸਟੂਡੈਂਟਸ ਨੂੰ ਲੱਗਣਗੇ ਯਾਰ 5 ਬੈਂਡ ਤਾਂ ਕੁਝ ਵੀ ਨਹੀਂ ਹੁੰਦੇ, ਬਟ ਜਦੋਂ ਸਾਡਾ ਸਟੱਡੀ ਦੇ ਨਾਲ ਗੈਪ ਹੋਵੇ ਕਈ ਸਾਲਾਂ ਦਾ ਤੇ ਇੰਗਲਿਸ਼ ਦੇ ਨਾਲ ਕੋਈ ਜ਼ਿਆਦਾ ਖਾਸ ਸਾਡੀ ਬੰਦੀ ਨਾ ਹੋਵੇ ਤਾਂ 5 ਬੈਂਡ ਲੈਣੇ ਵੀ ਬਹੁਤ ਮੁਸ਼ਕਿਲ ਹੋ ਜਾਂਦੇ ਨੇ। ਅੱਜ ਦਾ ਵੀਡੀਓ ਤੁਹਾਡੇ ਲਈ ਆ, ਖਾਸ ਤੁਹਾਡੇ ਲਈ, ਜਿਹਦੇ ਵਿੱਚ ਰੀਡਿੰਗ ਨੂੰ ਆਪਾਂ ਫੋਕਸ ਦੇ ਵਿੱਚ ਰੱਖਾਂਗੇ। ਕਾਰਨ ਇਹ ਹੈ ਕਿ ਹੋਰ ਬਾਕੀ ਸਾਰੇ ਮੋਡਿਊਲ ਹੋ ਜਾਣ, ਸਭ ਤੋਂ ਜ਼ਿਆਦਾ ਸਟੂਡੈਂਟਸ ਨੂੰ ਪਰੇਸ਼ਾਨ ਕਰਦੀ ਹੈ ਰੀਡਿੰਗ। ਮੈਂ ਤਾਂ ਕਹੂੰਗਾ ਇਰੀਟੇਟ ਹੀ ਕਰਦੀ ਆ, ਕਿਉਂਕਿ ਜਦੋਂ ਸੋਚਦੇ ਆ ਟਰੂ ਉਦੋਂ ਨਿਕਲਦਾ ਫਾਲਸ, ਜਦੋਂ ਸੋਚਦੇ ਫਾਲਸ ਉਦੋਂ ਨਿਕਲਦਾ ਨਾਟ ਗਿਵਨ, ਤੇ ਇਸ ਤੋਂ ਇਲਾਵਾ ਤਾਂ ਉਹਨਾਂ ਤੋਂ ਸੋਚਿਆ ਹੀ ਨਹੀਂ ਜਾਂਦਾ ਵੀ ਕਿੱਥੇ ਕੀ ਲਿਖਣਾ। ਅਸੀਂ ਤੁਹਾਡੇ ਲਈ ਅੱਜ ਇੱਕ ਜਿਹੜੀ ਵੀਡੀਓ ਲੈ ਕੇ ਆਏ ਆ, ਉਹਦੇ ਵਿੱਚ ਤੁਹਾਡੇ ਨਾਲ ਮੈਂ ਕੁਝ ਗਿਣਤੀ ਦੇ 5-6 ਕੁਐਸਚਨ ਡਿਸਕਸ ਕਰਾਂਗਾ। ਕਿੱਦਾਂ ਆਪਾਂ ਨੂੰ ਸਹੀ ਤਰੀਕੇ ਦੇ ਨਾਲ ਸਟੈਪ ਬਾਈ ਸਟੈਪ IELTS GD ਰੀਡਿੰਗ ਦੇ ਵਿੱਚ ਜੇ 5 ਬੈਂਡ ਦੀ ਸਾਡੀ ਅਚੀਵਮੈਂਟ ਅਸੀਂ ਕਰਨੀ ਆ, ਉਹਦੇ ਲਈ ਕੀ ਕਰਨਾ, ਤੇ ਇੱਕ ਚੀਜ਼ ਨੂੰ ਧਿਆਨ 'ਚ ਰੱਖ ਕੇ ਜੇ ਅਸੀਂ ਆਪਣੀ ਰੀਡਿੰਗ ਦੀ ਸਕਿੱਲਸ ਨੂੰ ਇੰਪਰੂਵ ਕਰ ਲਿਆ ਤਾਂ ਸਾਡੇ ਬੜੇ ਆਸਾਨੀ ਦੇ ਨਾਲ 5 ਬੈਂਡ ਜਾਂ ਇਸ ਤੋਂ ਵੀ ਜ਼ਿਆਦਾ ਆ ਸਕਦੇ ਹਨ। ਇੱਕ ਕੁਐਸਚਨ ਟਾਈਪ ਜਿਹਨੂੰ ਅਸੀਂ ਅੱਜ ਕਵਰ ਕਰਾਂਗੇ, ਟਰੂ ਫਾਲਸ ਨਾਟ ਗਿਵਨ ਹੈ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਡੇ ਲਈ ਹੋਰ ਵੀ ਚੀਜ਼ਾਂ ਲਿਆਂਦਾ ਰਵਾਂਗਾ ਤੇ ਟਰੂ ਫਾਲਸ ਨਾਟ ਗਿਵਨ ਨੂੰ ਕਰਨ ਦਾ ਢੰਗ ਕੀ ਹੈ, ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ। ਜੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਇਹਨੂੰ ਸਬਸਕ੍ਰਾਈਬ ਹੁਣੇ ਹੀ ਕਰ ਲਓ। ਕਮੈਂਟ ਸੈਕਸ਼ਨ 'ਚ ਮੇਰੇ ਨਾਲ ਤੁਸੀਂ ਜਦੋਂ ਇਹ ਕੁਐਸਚਨ ਕਰੋਗੇ, ਮੇਰੇ ਬੋਲਣ ਤੋਂ ਪਹਿਲਾਂ ਟਰੂ ਫਾਲਸ ਨਾਟ ਗਿਵਨ ਆਪਣੇ ਮਨ 'ਚ ਸੋਚ ਕੇ ਰੱਖਿਓ ਤੇ ਮੈਨੂੰ ਦੱਸਿਓ ਕਿ ਜਿਹੜੇ ਅੱਜ ਆਪਾਂ 6 ਕੁਐਸਚਨ ਕੀਤੇ ਆ, ਇਹਨਾਂ ਵਿੱਚੋਂ ਤੁਹਾਡੇ ਕਿੰਨੇ ਠੀਕ ਹੋਏ। ਸਭ ਤੋਂ ਪਹਿਲਾ ਕੁਐਸਚਨ ਹੈਗਾ, ਵੈਸੇ ਹੈਡਿੰਗ ਹੈਗੀ ਆ ਟ੍ਰਾਂਜੀਸ਼ਨ ਕੇਅਰ ਫॉर ਦੀ ਐਲਡਰਲੀ। ਐਲਡਰ ਬਜ਼ੁਰਗਾਂ ਦੇ ਆਪਾਂ ਲਈ ਯੂਜ਼ ਕਰਦੇ ਆ, ਕੇਅਰ ਉਹਨਾਂ ਦੀ ਸਾਂਭ ਸੰਭਾਲ ਦੀ ਗੱਲ ਕਰ ਰਹੇ ਆ, ਟ੍ਰਾਂਜੀਸ਼ਨ ਚਲੋ ਮੈਂ ਮੰਨ ਕੇ ਚੱਲਦਾ, ਮੈਨੂੰ ਪਤਾ ਨਹੀਂ ਚੱਲਿਆ। ਕੁਐਸਚਨ ਪਹਿਲਾ ਹੈਗਾ, ਓਨਲੀ ਹਸਪੀਟਲ ਪੇਸ਼ੈਂਟਸ ਕੈਨ ਗੋ ਔਨ ਟੂ ਹੈਵ ਟ੍ਰਾਂਜੀਸ਼ਨ ਕੇਅਰ। ਜ਼ਿਆਦਾਤਰ ਸਟੂਡੈਂਟ ਇੱਕ ਵਾਰ ਕੁਐਸਚਨ ਦੇਖਦੇ ਸਾਰੀ ਇੱਧਰ ਆ ਕੇ ਆਨਸਰ ਲੱਭਣਾ ਸ਼ੁਰੂ ਕਰ ਦਿੰਦੇ ਨੇ। ਕੁਐਸਚਨ ਤਾਂ ਉਹਨਾਂ ਨੂੰ ਸਮਝ ਹੀ ਨਹੀਂ ਆਇਆ ਮੈਂ ਲੱਭਣਾ ਕੀ ਆ ਤੇ ਆਨਸਰ ਵੀ ਤੁਹਾਨੂੰ ਕੀ ਲੱਭਣਾ। ਇੱਥੇ ਆਪਾਂ ਬੜੀ ਪੇਸ਼ੈਂਸ ਦੇ ਨਾਲ ਤੇ ਬੜਾ ਦਿਮਾਗ ਲਗਾ ਕੇ ਸਿਰਫ ਤੇ ਸਿਰਫ ਕੁਐਸਚਨ ਨੂੰ ਅੰਡਰਸਟੈਂਡ ਕਰਨਾ, ਤਾਂ ਤੁਸੀਂ ਦੇਖਣਾ ਉਸ ਤੋਂ ਬਾਅਦ ਤੁਹਾਡਾ ਆਨਸਰ ਲੱਭਣਾ ਕਿੰਨਾ ਸੌਖਾ ਹੋ ਜਾਏਗਾ। ਓਨਲੀ ਹਸਪੀਟਲ ਪੇਸ਼ੈਂਟਸ ਕੈਨ ਗੋ ਔਨ ਟੂ ਹੈਵ ਟ੍ਰਾਂਜੀਸ਼ਨ ਕੇਅਰ। ਕੈਨ ਮਤਲਬ ਸਕਦੇ ਹਨ। ਕਿਹਦੀ ਗੱਲ ਹੋ ਰਹੀ ਆ? ਪੇਸ਼ੈਂਟ ਦੀ। ਪੇਸ਼ੈਂਟ ਕਿਹੜੇ? ਹਸਪੀਟਲ ਪੇਸ਼ੈਂਟ ਤੇ ਉਹ ਕਹਿੰਦਾ ਓਨਲੀ, ਕਿ ਸਿਰਫ ਜਿਹੜੇ ਹਸਪੀਟਲ ਦੇ ਪੇਸ਼ੈਂਟ ਨੇ ਉਹੀ ਜਾ ਸਕਦੇ ਨੇ। ਕਾਹਦੇ ਲਈ? ਟ੍ਰਾਂਜੀਸ਼ਨ ਕੇਅਰ। ਤਾਂ ਹੋ ਸਕਦਾ ਸ਼ਾਇਦ ਮੈਨੂੰ ਹੁਣ ਸਮਝ ਲੱਗ ਜੇ ਅੱਗੇ ਟ੍ਰਾਂਜੀਸ਼ਨ ਕੇਅਰ ਕਿਹੜੀ ਆ, ਲੇਕਿਨ ਇੱਥੋਂ ਇੰਨਾ ਤਾਂ ਕਲੀਅਰ ਹੋ ਗਿਆ ਵੀ ਆਪਾਂ ਕਿਸੇ ਖਾਸ ਤਰ੍ਹਾਂ ਦੇ ਉਹਨਾਂ ਦੀ ਦੇਖਭਾਲ ਦੀ ਗੱਲ ਕਰ ਰਹੇ ਹਾਂ, ਜਿਹੜੀ ਕਿਹੜੀ ਆ? ਟ੍ਰਾਂਜੀਸ਼ਨ ਕੇਅਰ ਆ।
ਮੈਂ ਕੁਝ ਜ਼ਿਆਦਾ ਨਹੀਂ ਪੜ੍ਹਨਾ, ਮੈਨੂੰ ਟ੍ਰਾਂਜੀਸ਼ਨ ਕੇਅਰ ਦੇ ਨਾਲ ਮਤਲਬ ਹੈਗਾ ਇਸ ਪੈਰਾਗ੍ਰਾਫ ਦੇ ਵਿੱਚ ਤੇ ਹਸਪੀਟਲ ਪੇਸ਼ੈਂਟ ਦੇ ਨਾਲ ਲੈਣਾ ਦੇਣਾ। ਸੋ ਜਿਹਦੇ ਕਰਕੇ ਪੈਸੇ ਦਾ ਪਹਿਲਾ ਕੁਐਸਚਨ ਪਹਿਲੀ ਲਾਈਨ ਜਾਂ ਪਹਿਲੇ ਪੈਰਾਗ੍ਰਾਫ 'ਚ ਮਿਲ ਜਾਣਾ ਚਾਹੀਦਾ। ਸੋ ਪਰ ਫਿਰ ਵੀ ਕੋਸ਼ਿਸ਼ ਕਰੋ ਕਿ ਜਿਹੜੇ ਮੇਨ ਕੀਵਰਡਸ ਆ ਸਾਨੂੰ ਉਹ ਲੱਭ ਜਾਣ ਤਾਂ ਕਿ ਅਸੀਂ ਬਿਲਕੁਲ ਵੀ ਫालतू ਨਾ ਪੜ੍ਹੀਏ ਤੇ ਸਾਡਾ ਬ੍ਰੇਨ ਆ ਜਿਹੜਾ ਕਨਫਿਊਜ਼ ਬਿਲਕੁਲ ਨਾ ਹੋਵੇ। ਤਾਂ ਤੁਸੀਂ ਚਾਹੋ ਤਾਂ ਟ੍ਰਾਂਜੀਸ਼ਨ ਕੇਅਰ ਇਜ਼ ਫॉर 올ਡਰ ਪੀਪਲ who have been receiving medical treatment, ਇਹ ਉਹਨਾਂ ਲਈ ਆ ਜਿਨ੍ਹਾਂ ਨੂੰ ਮੈਡੀਕਲ ਟ੍ਰੀਟਮੈਂਟ ਮਿਲ ਰਹੀ ਆ ਬਟ ਨੀਡ ਮੋਰ ਹੈਲਪ ਟੂ ਰਿਕਵਰ। ਇੱਥੋਂ ਇਹ ਸਾਨੂੰ ਟ੍ਰਾਂਜੀਸ਼ਨ ਕੇਅਰ ਜ਼ਰੂਰ ਪਤਾ ਲੱਗ ਗਿਆ ਵੀ ਉਹ ਆ ਜਿਹੜੇ ਮੈਡੀਕਲ ਟ੍ਰੀਟਮੈਂਟ ਵੀ ਲੈ ਰਹੇ ਉਹਨਾਂ ਜਿਨ੍ਹਾਂ ਦੀਆਂ ਦਵਾਈਆਂ ਵੀ ਚੱਲ ਰਹੀਆਂ ਲੇਕਿਨ ਉਹਨਾਂ ਨੂੰ ਉਦੋਂ ਵੱਧ ਹੋਰ ਵੀ ਕੇਅਰ ਦੀ ਜ਼ਰੂਰਤ ਆ। ਸੋ ਲੇਕਿਨ ਅਗਰ ਅਸੀਂ ਅੱਗੇ ਵੀ ਚੱਲਾਂਗੇ ਤਾਂ ਬੈਸਟ ਪਲੇਸ ਫॉर them ਇਜ਼ ਟੂ ਲਿਵ ਇਨ ਲੌਂਗਰ ਟਰਮ। ਤੇ ਇੱਥੇ ਆ ਕੇ ਗੱਲ ਤੋਂ ਹਜੇ ਕਲੀਅਰ ਜਾਂ ਨਹੀਂ ਹੋਇਆ ਕਿ ਮੈਨੂੰ ਆਨਸਰ ਕੀ ਲਗਾਉਣਾ ਚਾਹੀਦਾ, ਜਿਹਦੇ ਕਰਕੇ ਲਾਸਟ ਲਾਈਨ ਜਿਹੜੀ ਹੈਗੀ ਆ ਯੂ ਕੈਨ ਓਨਲੀ ਐਕਸੈਸ ਟ੍ਰਾਂਜੀਸ਼ਨ ਕੇਅਰ ਡਾਇਰੈਕਟਲੀ ਫਰੋਮ ਹਸਪੀਟਲ। ਅਤੇ ਪੇਸ਼ੈਂਟ ਨੇ ਕਿਹਾ, ਇੱਥੇ ਉਹਨੇ ਯੂ ਕਹਿ ਦਿੱਤਾ। ਸੋ ਪਹਿਲੀ ਲਾਈਨ ਚਾਹੇ ਟ੍ਰਾਂਜੀਸ਼ਨ ਕੇਅਰ ਤੋਂ ਸਟਾਰਟ ਹੋਈ ਸੀ ਲੇਕਿਨ ਉਹ ਸਿਰਫ ਇੰਟਰੋਡਕਸ਼ਨ ਸੀ, ਸੋ ਜਿਹਦੇ ਕਰਕੇ ਮੈਨੂੰ ਜ਼ਿਆਦਾ ਪੜ੍ਹਨਾ ਪੈ ਗਿਆ। ਬਟ ਅਗਰ ਮੈਂ ਟ੍ਰਾਂਜੀਸ਼ਨ ਕੇਅਰ ਤੋਂ ਬਾਅਦ ਸਿੱਧਾ ਜੇ ਮੈਂ ਇੱਥੇ ਹੀ ਇਸੇ ਲਾਈਨ ਨੂੰ ਪੜ੍ਹਦਾ ਤਾਂ ਉਹ ਕੀ ਕਹਿੰਦਾ ਯੂ ਕੈਨ। ਜੇ ਆਪਾਂ ਕੈਨ ਦੇਖ ਕੇ ਇੱਥੇ ਸਿਰਫ ਲੱਭਦੇ ਤਾਂ ਕੈਨ ਦੇ ਨਾਲ ਮੈਨੂੰ ਸਿਰਫ ਇਹੀ ਲਾਈਨ ਪੜ੍ਹ ਕੇ ਆਨਸਰ ਮਿਲ ਜਾਣਾ ਸੀ। ਸੋ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਕਿ ਕਿਵੇਂ ਇੱਕ ਐਵਰੇਜ ਸਟੂਡੈਂਟ ਉੱਪਰੋਂ ਪੜ੍ਹ ਕੇ ਲੱਭਣਾ ਸ਼ੁਰੂ ਕਰਦਾ। ਜਿਵੇਂ ਜਿਵੇਂ ਤੁਸੀਂ ਪੜ੍ਹੋਗੇ ਸਲੋ ਰੀਡਿੰਗ ਹੋਣ ਕਰਕੇ ਟਾਈਮ ਜ਼ਿਆਦਾ ਲੱਗੇਗਾ, ਇੱਦਾਂ ਲੱਗੇਗਾ ਟਾਈਮ ਲੰਘ ਰਿਹਾ ਮੈਨੂੰ ਆਨਸਰ ਮਿਲ ਨਹੀਂ ਰਿਹਾ। ਜਿੰਨਾ ਜ਼ਿਆਦਾ ਪੜੋਗੇ ਇਨਫੋਰਮੇਸ਼ਨ ਦਿਮਾਗ 'ਚ ਜ਼ਿਆਦਾ ਜਾਏਗੀ ਉਨੇ ਹੋਰ ਕਨਫਿਊਜ਼ ਹੋਵੋਗੇ। ਸੋ ਬਿਹਤਰ ਇਹ ਹੈ ਕਿ ਜਿੱਥੇ ਤੁਹਾਨੂੰ ਸਾਰੇ ਕੀਵਰਡਸ ਮਿਲਦੇ ਆ ਸਿਰਫ ਉਸ ਇੱਕ ਲਾਈਨ ਨੂੰ ਪੜ੍ਹ ਕੇ ਆਨਸਰ ਲਗਾਉਣ ਦੀ ਕੋਸ਼ਿਸ਼ ਕਰੋ। ਇੱਥੇ ਯੂ ਆ ਗਿਆ ਹਸਪੀਟਲ ਪੇਸ਼ੈਂਟ ਦੀ ਜਗ੍ਹਾ, ਕੈਨ ਆ ਗਿਆ ਕੈਨ ਆ ਗਿਆ, ਇੱਥੇ ਗੋ ਹੁੰਦਾ ਕਰਨਾ ਕੁਝ ਐਕਸੈਸ ਕਰਨਾ, ਇੱਥੇ ਐਕਸੈਸ ਆ ਗਿਆ, ਟ੍ਰਾਂਜੀਸ਼ਨ ਸੀ ਤਾਂ ਟ੍ਰਾਂਜੀਸ਼ਨ ਆ ਗਿਆ। ਉਹ ਕਹਿੰਦਾ ਸਿਰਫ ਹਸਪੀਟਲ ਦੇ, ਇੱਥੇ ਕਹਿੰਦਾ ਓਨਲੀ ਹਸਪੀਟਲ ਤੋਂ ਹੀ ਡਾਇਰੈਕਟਲੀ ਇਹਨੂੰ ਅਸੈਸ ਕੀਤਾ ਜਾ ਸਕਦਾ ਐਕਸੈਸ। ਤਾਂ ਇਹਦਾ ਆਨਸਰ ਕੀ ਬਣ ਗਿਆ ਟਰੂ। ਜੇ ਮੇਰੇ ਦੱਸਣ ਤੋਂ ਪਹਿਲਾਂ ਵੀ ਤੁਸੀਂ ਟਰੂ ਲਗਾ ਲਿਆ ਸੀ ਤਾਂ ਕੀ ਬਾਤ ਹੈ। ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 2 ਤੇ। ਟ੍ਰਾਂਜੀਸ਼ਨ ਕੇਅਰ ਮੇ ਬੀ ਲੌਂਗ ਟਰਮ ਔਰ ਸ਼ਾਰਟ ਟਰਮ। ਇਹ ਦੋ ਤਰ੍ਹਾਂ ਦੀ ਹੋ ਸਕਦੀ ਆ। ਜੇ ਤਾਂ ਉਹ ਕਹੇਗਾ ਕਿ ਇਹ ਲੌਂਗ ਟਰਮ ਤੇ ਸ਼ਾਰਟ ਟਰਮ ਦੋਨੋਂ ਤਰ੍ਹਾਂ ਦੀ ਹੋ ਸਕਦੀ ਹੈ ਤਾਂ ਟਰੂ। ਜੇ ਮੈਨੂੰ ਪਤਾ ਲੱਗੇਗਾ ਕਿ ਇਹ ਲੌਂਗ ਟਰਮ ਜਾਂ ਸ਼ਾਰਟ ਟਰਮ ਇੱਕ ਹੀ ਤਰ੍ਹਾਂ ਦੀ ਹੋ ਸਕਦੀ ਹੈ ਤਾਂ ਆਨਸਰ ਕੀ ਬਣ ਜਾਏਗਾ ਯੈਸ ਫਾਲਸ। ਕਿਉਂਕਿ ਟਰੂ ਤੇ ਫਾਲਸ ਦੇ ਲਈ ਆਨਸਰ ਹਮੇਸ਼ਾ ਹੀ ਪੈਰਾਗ੍ਰਾਫ 'ਚ ਪਿਆ ਹੁੰਦਾ ਤੇ ਨਾਟ ਗਿਵਨ ਉਦੋਂ ਹੁੰਦਾ ਜਦੋਂ ਸਾਨੂੰ ਇਨਫੋਰਮੇਸ਼ਨ ਪੈਰਾਗ੍ਰਾਫ ਤੋਂ ਨਹੀਂ ਮਿਲਦੀ। ਆਪਾਂ ਨੂੰ ਮਤਲਬ ਹੈਗਾ ਹੁਣ ਟਾਈਮ ਦੇ ਨਾਲ। ਅਗਲੀ ਲਾਈਨ ਫੇ ਟ੍ਰਾਂਜੀਸ਼ਨ ਕੇਅਰ ਤੋਂ ਸ਼ੁਰੂ ਹੋ ਰਹੀ ਆ। ਇਜ਼ ਫੋਕਸਡ ਔਨ ਇੰਡੀਵਿਜੂਅਲ ਗੋਲਸ। ਜੇ ਸਮਝ ਲੱਗ ਗਿਆ ਤਾਂ ਬੜੀ ਵਧੀਆ ਗੱਲ ਆ। ਮਤਲਬ ਇੱਕ ਇੰਡੀਵਿਜੂਅਲ ਦਾ ਗੋਲ ਕੀ ਹੈ, ਕਿਸੇ ਦਾ ਗੋਡਾ ਦੁਖਦਾ, ਕਿਸੇ ਦੀ ਕੂਹਣੀ 'ਚ ਦਰਦ ਆ, ਕਿਸੇ ਦੇ ਪੈਰ 'ਚ ਦਰਦ ਆ, ਉਸ ਹਿਸਾਬ ਨਾਲ ਉਹਦਾ ਗੋਲ ਕੀ ਆ। ਐਂਡ ਥੈਰੇਪੀਜ਼ ਇਜ਼ ਗਿਵਨ ਫॉर ਏ ਲਿਮਿਟਡ ਟਾਈਮ ਓਨਲੀ। ਹੁਣ ਦੂਸਰਾ ਕੁਐਸਚਨ ਸੀ ਦੇਖੋ ਤਾਂ ਤੁਹਾਨੂੰ ਦੂਸਰੇ ਛੋਟੇ ਜਿਹੇ ਪੈਰਾਗ੍ਰਾਫ 'ਚ ਇਹਦਾ ਆਨਸਰ ਮਿਲ ਗਿਆ। ਕਹਿਣ ਦਾ ਮਤਲਬ ਇੱਕ ਇੱਕ ਕਰਕੇ ਆਪਾਂ ਚੱਲਦੇ ਜਾਵਾਂਗੇ, ਇੱਕ ਇੱਕ ਕਰਕੇ ਸਾਨੂੰ ਆਨਸਰ ਮਿਲਦੇ ਜਾਣਗੇ। ਇੱਥੇ ਉਹਨੇ ਕੀ ਕਿਹਾ ਕਿ ਇਹ ਲਿਮਿਟਡ ਟਾਈਮ ਲਈ ਹੁੰਦੀ ਆ। ਉਧਰ ਉਹ ਕੀ ਕਹਿ ਰਿਹਾ ਸੀਗਾ ਸ਼ਾਰਟ ਟਰਮ ਵੀ ਤੇ ਲੌਂਗ ਟਰਮ। ਲੌਂਗ ਟਾਈਮ ਤਾਂ ਹੋਗਾ ਪਤਾ ਨਹੀਂ 1 ਸਾਲ 2 ਸਾਲ ਤੱਕ। ਇੱਧਰ ਉਹ ਕਹਿੰਦਾ ਲਿਮਿਟਡ ਟਾਈਮ ਜਿਹੀ ਆ ਵੀ 10-20 ਦਿਨ 15 ਦਿਨ ਜਾਂ ਜਿੰਨਾ ਵੀ ਟਾਈਮ ਹੈ। ਦਿਸ ਮੀਨਸ ਦੋਨਾਂ ਗੱਲਾਂ ਦੇ ਵਿੱਚ ਆਪਸ 'ਚ ਕੋਈ ਮੇਲ ਨਹੀਂ ਆ। ਆਨਸਰ ਲਗਾਉਣਾ ਚਾਹੀਦਾ ਤੁਹਾਨੂੰ ਫਾਲਸ। तीसरा, everyone receiving transition care must contribute to the cost। everyone हर कोई जिन्नू भी यह केयर मिल रही है मस्ट मतलब लाजमी आ तुहाडे लई कि तुसी कॉस्ट विच अपना हिस्सा पाओगे। मस्ट वर्गे क्वेश्चनस ज़्यादातर आंसर्स फॉल्स होंदे ने। ਜਿਹੜੇ ਕੁਐਸਚਨ 'ਚ ਕੈਨ ਜਾਂ ਮੇ ਹੁੰਦਾ ਉਹ ਜ਼ਿਆਦਾਤਰ ਆਨਸਰ ਟਰੂ ਹੁੰਦੇ ਨੇ। ਟ੍ਰਿਕਸ ਨੂੰ ਜ਼ਰੂਰ ਧਿਆਨ 'ਚ ਰੱਖਿਓ ਪਰ ਅਸੀਂ ਥੋੜਾ ਜਿਹਾ ਸਮਝ ਕੇ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖਦੇ ਹਾਂ ਕਿ ਸਾਰਿਆਂ ਨੂੰ ਪੈਸੇ ਦੇਣੇ ਆ ਕਿ ਨਹੀਂ। ਜੇ ਤਾਂ ਉਹ ਕਹਿੰਦਾ ਕਿ ਕੁਝ ਲੋਕਾਂ ਨੂੰ ਪੈਸੇ ਦੇਣੇ ਕੁਝ ਨੂੰ ਨਹੀਂ ਦੇਣੇ ਤਾਂ ਮੈਂ ਕਹਿ ਸਕਦਾ ਵੀ ਸਾਰਿਆਂ ਨੂੰ ਪੈਸੇ ਨਹੀਂ ਦੇਣੇ, ਗੱਲ ਤੇਰੀ ਗਲਤ ਆ। ਜੋ ਕਹੂਗਾ ਕਿ ਵਾਕਈ ਸਾਰਿਆਂ ਨੂੰ ਪੈਸੇ ਦੇਣੇ ਆ ਤਾਂ ਟਰੂ ਹੋਣਾ ਚਾਹੀਦਾ। ਆਓ ਦੇਖੀਏ ਆਪਣਾ ਕਾਸਟ ਸੰਬੰਧਿਤ ਗੱਲਬਾਤ ਉਹਨੇ ਕਿੱਥੇ ਕੀਤੀ ਆ। ਜੇ ਮੈਂ ਧਿਆਨ ਨਾਲ ਦੇਖਾਂ ਤਾਂ ਮੈਂ ਸਾਰੀ ਪੀਸ ਨੂੰ ਇਨਫੋਰਮੇਸ਼ਨ ਨੂੰ ਛੱਡ ਕੇ ਜਿੱਥੇ ਜਾ ਰਿਹਾ ਹੁਣ ਤੀਜਾ ਪੈਰਾਗ੍ਰਾਫ ਜਿੱਥੇ ਸ਼ੁਰੂ ਹੋ ਰਿਹਾ ਉੱਥੇ ਕੇਅਰ ਦੀ ਗੱਲ ਕੀਤੀ ਆ, ਕਾਸਟ ਦੀ ਗੱਲ ਕੀਤੀ ਆ। ਮੈਂ ਆਹੀ ਇੱਕ ਲਾਈਨ ਪੜ੍ਹਦਾ।
इफ़ योर ਸਰਕਮਸਟੈਂਸਿਸ ਅਲਾਓ, ਮੇਰੇ ਵੀਰ ਜੇ ਨਹੀਂ ਪਤਾ ਤਾਂ ਪਲੀਜ਼ ਯਾਦ ਰੱਖਿਓ, ਸਰਕਮਸਟੈਂਸਿਸ ਹਾਲਾਤ ਨੂੰ ਬੋਲਦੇ, ਸਿਚੁਏਸ਼ਨ, ਕੰਡੀਸ਼ਨਸ, ਆਮ ਆਪਾਂ ਪੰਜਾਬੀ 'ਚ ਵੀ ਇਹ ਵਰਡ ਯੂਜ਼ ਕਰਦੇ ਹਾਂ, ਤਾਂ ਹਾਲਾਤ ਲਈ ਆਪਾਂ ਸਰਕਮਸਟੈਂਸ ਨੂੰ ਜ਼ਰੂਰ ਧਿਆਨ 'ਚ ਰੱਖਣਾ। ਇफ़ योर ਸਰਕਮਸਟੈਂਸ ਅਲਾਓ, ਜੇ ਤੁਹਾਡੇ ਹਾਲਾਤ ਤੁਹਾਨੂੰ ਇਜਾਜ਼ਤ ਦਿੰਦੇ ਨੇ। ਇਟ ਇਜ਼ ਐਕਸਪੈਕਟਡ, ਇਹ ਤਾਂ ਪਤਾ ਹੀ ਹੈ ਤੁਹਾਨੂੰ ਸਾਰੇ, ਤੁਹਾਡੇ ਆਪਣੇ ਫੈਮਿਲੀ ਮੈਂਬਰਸ ਦੀਆਂ ਤੁਹਾਡੇ ਤੋਂ ਬਹੁਤ ਐਕਸਪੈਕਟੇਸ਼ਨਸ ਹੋਣਗੀਆਂ, ਹੈ ਨਾ। ਇਟ ਇਜ਼ ਐਕਸਪੈਕਟਡ you will contribute to the cost ਕਾਦੀ of your care। ਇੱਥੇ ਲਿਖਿਆ ਕਿ ਜੇ ਤੁਹਾਡੇ ਹਾਲਾਤ ਤੁਹਾਨੂੰ ਇਜਾਜ਼ਤ ਦਿੰਦੇ ਆ, ਮਤਲਬ ਵੀ ਤੁਹਾਡੇ ਕੋਲ ਜੇ 4 ਪੈਸੇ ਹੈਗੇ, ਤੁਸੀਂ ਭਰ ਸਕਦੇ ਹੋ, ਤਾਂ ਤੁਸੀਂ ਦਿਓ। ਲੇਕਿਨ ਕੁਐਸਚਨ ਕੀ ਕਹਿੰਦਾ ਸੀਗਾ ਕਿ ਤੁਹਾਡੇ ਲਈ ਲਾਜ਼ਮੀ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਹਾਲਾਤ ਤੁਹਾਡੇ ਸਾਥ ਦਿੰਦੇ ਕਿ ਨਹੀਂ ਦਿੰਦੇ। ਸੋ ਇਹਦਾ ਮਤਲਬ ਕੁਐਸਚਨ ਦੇ ਵਿੱਚ ਜਿਹੜੀ ਗੱਲ ਆ ਉਹ ਇਹਦੇ ਨਾਲ ਮੈਚ ਨਹੀਂ ਬੈਠਦਾ ਪਿਆ, ਕਿਉਂਕਿ ਤੂੰ ਕਹਿੰਦਾ ਕਿ ਸਾਰਿਆਂ ਨੂੰ ਦੇਣੀ ਹੈ, ਇੱਥੇ ਉਹ ਕਹਿੰਦਾ ਜਿਹੜਾ ਭਰ ਸਕਦਾ ਸਿਰਫ ਉਹੀ ਭਰੇ, ਬਾਕੀਆਂ ਨੂੰ ਦੇਣ ਦੀ ਲੋੜ ਨਹੀਂ ਹੈ। ਆਨਸਰ ਇੱਕ ਵਾਰ ਫਿਰ ਕੀ ਹੋਏਗਾ? ਬਿਲਕੁਲ ਸਹੀ, ਫਾਲਸ। ਇੱਕ ਵਾਰ ਫਿਰ ਤੋਂ ਆਨਸਰ ਹੈ ਟ੍ਰਾਂਜੀਸ਼ਨ ਕੇਅਰ ਐਟ ਹੋਮ। ਇਹਦਾ ਮਤਲਬ ਇਹ ਜਿਹੜੇ ਤੁਹਾਡੀ ਸੇਵਾ ਕਰਦੇ ਆ, ਕੇਅਰ ਦਿੰਦੇ ਆ, ਜਿਹੜੀ ਤੁਹਾਨੂੰ ਘਰ 'ਚ ਵੀ ਦਿੰਦੇ ਹੋਣਗੇ। is only available, ਸਿਰਫ ਅਵੇਲੇਬਲ ਆ ਫॉर ਪੇਸ਼ੈਂਟਸ who live alone। ਹੁਣ ਜ਼ਿਆਦਾਤਰ ਆਪਾਂ ਦੇਖਦੇ ਹਾਂ ਫੋਰਨ ਕੰਟਰੀਜ਼ 'ਚ ਬੁੱਢੇ ਵਿਚਾਰੇ ਬਜ਼ੁਰਗ ਇਕੱਲੇ ਹੀ ਰਹਿੰਦੇ ਆ, ਲੇਕਿਨ ਇੱਥੇ ਉਹ ਕਹਿੰਦਾ ਪਾਰਟਨਰ ਵੀ ਨਾ ਹੋਵੇ, ਬਿਲਕੁਲ ਇਕੱਲਾ ਬੰਦਾ ਜੇ ਕੋਈ ਰਹਿੰਦਾ, ਸਿਰਫ ਉਹਨੂੰ ਹੀ ਇਹ ਜਿਹੜੀ ਹੈਲਪ ਆ ਉਹਦੇ ਘਰ ਜਾ ਕੇ ਮਿਲੇਗੀ। ਆਪਣਾ ਹੁਣ ਮੋਟਿਵ ਹੈਗਾ ਹੋਮ ਦੇ ਨਾਲ ਰਿਲੇਟਡ ਆਪਾਂ ਕੁਝ ਲੱਭਣਾ। ਸੋ ਹੋਮ ਦੇ ਨਾਲ ਅੱਗੇ ਚੱਲ ਕੇ ਅਸੀਂ ਆ ਗਏ ਤਾਂ ਇੱਥੇ ਸਾਨੂੰ ਇਹ ਇਨਫੋਰਮੇਸ਼ਨ ਮਿਲ ਗਈ। ਸੋ ਵਨਸ ਅਗੇਨ ਕਹਿਣ ਦਾ ਮਤਲਬ ਇਹ ਆ ਕਿ ਸਾਨੂੰ ਬਹੁਤ ਜ਼ਿਆਦਾ ਪੜ੍ਹਨ ਦੀ ਲੋੜ ਨਹੀਂ ਹੁੰਦੀ ਹਰ ਵਾਰ। ਟ੍ਰਾਂਜੀਸ਼ਨ ਕੇਅਰ ਇਜ਼ ਪ੍ਰੋਵਾਈਡਡ ਇਨ ਯੋਰ ਓਨ ਹੋਮ ਔਰ ਲਿਵ ਇਨ ਸੈਟਿੰਗ। ਅਸੀਂ ਤੁਹਾਨੂੰ ਇਹ ਜਿਹੜੀ ਸੁਵਿਧਾ ਪ੍ਰਦਾਨ ਕਰਦੇ ਹਾਂ। ਦਿਸ ਸੈਟਿੰਗ ਕੈਨ ਬੀ ਪਾਰਟ ਆਫ, ਬਸ ਇਹ ਤਾਂ ਚਲਾ ਗਿਆ ਵੀ ਇਹ ਸੈਟਿੰਗ ਦੇ ਵਿੱਚ ਕੀ ਆ, ਬਟ ਆਪਾਂ ਨੂੰ ਮਤਲਬ ਸੀਗਾ ਵੀ ਜੇ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਪਿੱਛੇ ਵੀ ਜੇ ਤੁਸੀਂ ਦੇਖਣਾ ਚਾਹੋ ਵੀ ਕਿਤੇ ਇਨਫੋਰਮੇਸ਼ਨ ਸਾਡੇ ਤੋਂ ਮਿਸ ਤਾਂ ਨਹੀਂ ਹੋਗੀ। ਇਹਦੇ ਵਿੱਚ ਉਹ ਕਹਿੰਦਾ ਡੇਲੀ ਕੇਅਰ ਫੀਸ ਦੀ ਗੱਲ ਕਰਦਾ। these fees amount charged should be part your service provider fee calculated, ਵੀ ਕਿੰਨਾ ਪੈਸਾ ਕਦੋਂ ਦੇਣਾ, ਕਿਵੇਂ ਦੇਣਾ, ਇਹ ਸਾਰੀਆਂ ਗੱਲਾਂ ਜ਼ਰੂਰ ਹੋ ਰਹੀਆਂ ਨੇ। ਲੇਕਿਨ ਕਿ ਇਸ ਇਨਫੋਰਮੇਸ਼ਨ ਨੂੰ ਪੜ੍ਹ ਕੇ ਮੈਨੂੰ ਇਹ ਜਵਾਬ ਮਿਲ ਗਿਆ ਕਿ ਜੇ ਤੁਹਾਡੇ ਘਰੇ ਹੋਰ ਤੁਹਾਡੇ ਨਾਲ ਕੋਈ ਨਹੀਂ ਰਹਿੰਦਾ ਤੇ ਤੁਹਾਨੂੰ ਤਾਂ ਹੀ ਇਹ ਸਰਵਿਸ ਮਿਲੇਗੀ। ਇੱਦਾਂ ਦੀ ਕੋਈ ਜਾਣਕਾਰੀ ਨਹੀਂ ਹੈ ਜਿਹਦੇ ਕਰਕੇ ਮੈਂ ਆਪਣੀ ਨੌਲੇਜ ਨਾਲ ਭਾਵੇਂ ਟਰੂ ਫਾਲਸ ਲਗਾਦਾ, ਬਟ ਪੈਰਾਗ੍ਰਾਫ ਨੂੰ ਪੜ੍ਹ ਕੇ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਮਿਲੀ। ਸੋ ਇਸ ਕੇਸ ਦੇ ਵਿੱਚ ਆਨਸਰ ਕੀ ਹੋਏਗਾ? ਨਾਟ ਗਿਵਨ। ਸਾਡਾ ਪੰਜਵਾਂ ਕੁਐਸਚਨ ਹੈ ਟ੍ਰਾਂਜੀਸ਼ਨ ਕੇਅਰ ਮੇ ਬੀ ਗਿਵਨ ਔਨ ਏ ਹਸਪੀਟਲ ਸਾਈਟ। ਕਹਿੰਦਾ ਇਹ ਹਸਪਤਾਲ 'ਚ ਵੀ ਦਿੱਤੀ ਜਾ ਸਕਦੀ ਹੈ, ਮੇ ਵੀ ਸੰਭਾਵਨਾ। ਇਹਦਾ ਮਤਲਬ ਅਸੀਂ ਜਿਹੜੀ ਹੁਣੇ ਲਾਈਨ ਪੜ੍ਹੀ ਸੀਗੀ ਉਹਦੇ ਨਾਲ ਸਾਡਾ ਆਨਸਰ ਹੋਣਾ ਜ਼ਰੂਰੀ ਆ। ਜਿੱਥੇ ਆਪਾਂ ਹੁਣੇ ਪੜ੍ਹਿਆ ਸੀਗਾ ਕਿ ਉਹ ਕਿੱਥੇ ਮਿਲਦੀ ਹੈ, ਕਹਿੰਦਾ ਤੁਹਾਨੂੰ ਤੁਹਾਡੇ ਘਰ 'ਚ ਮਿਲ ਸਕਦੀ ਹੈ, ਲਿਵ ਇਨ ਸੈਟਿੰਗ ਜਿੱਥੇ ਵੀ ਤੁਸੀਂ ਰਹਿੰਦੇ ਹੋ। ਦਿਸ ਸੈਟਿੰਗ ਕੈਨ ਬੀ ਪਾਰਟ ਆਫ ਐਗਜ਼ਿਸਟਿੰਗ ਏਜ ਕੇਅਰ ਹੋਮ ਔਰ ਹੈਲਥ ਫੈਸਿਲਿਟੀ ਸਚ ਐਜ਼ ਸੈਪਰੇਟ ਵਿੰਗ ਆਫ ਏ ਹਸਪੀਟਲ। ਪੂਰਾ ਪੜ੍ਹ ਕੇ ਸਮਝ ਲਓ ਤਾਂ ਵੀ ਬਹੁਤ ਵਧੀਆ ਗੱਲ ਹੈ, ਨਹੀਂ ਤਾਂ ਉਹਨੇ ਕਿਹਾ ਕੈਨ ਬੀ ਪਾਰਟ ਆਫ, ਮਤਲਬ ਇਹਦਾ ਵੀ ਹਿੱਸਾ ਹੋ ਸਕਦੀ ਹੈ। ਏਜਡ ਕੇਅਰ ਜਿਵੇਂ ਬਜ਼ੁਰਗਾਂ ਲਈ ਘਰ ਬਣਾਏ ਹੁੰਦੇ ਨੇ ਉਹਦਾ ਵੀ ਹਿੱਸਾ ਹੋ ਸਕਦੀ ਹੈ, ਕਿਸੇ ਹਸਪੀਟਲ ਦਾ ਵਿੰਗ ਵੀ ਹੋ ਸਕਦੀ ਹੈ ਤੇ ਤੁਹਾਡਾ ਘਰ ਵੀ ਹੋ ਸਕਦੀ ਹੈ। ਸੋ ਇੱਥੇ ਵੀ ਉਹਨੇ ਕਿਹਾ ਸੀਗਾ ਮੇ ਬੀ, ਮਤਲਬ ਹੋ ਸਕਦਾ। ਦੋਨੋਂ ਗੱਲਾਂ ਬਿਲਕੁਲ ਮੈਚ ਕਰ ਰਹੀਆਂ ਨੇ, ਦੋਨਾਂ 'ਚ ਸਾਨੂੰ ਹਸਪੀਟਲ ਵੀ ਮਿਲ ਗਿਆ। ਇੱਥੇ ਉਹਨੇ ਹਸਪੀਟਲ ਸਾਈਟ ਲਿਖਿਆ, ਇੱਥੇ ਉਹਨੇ ਕਿਹਾ ਇੱਕ ਹਸਪੀਟਲ ਦਾ ਇੱਕ ਵਿੰਗ, ਇੱਕ ਅਲੱਗ ਤੋਂ ਬਿਲਡਿੰਗ ਬਲੌਕਸ ਜਿਵੇਂ ਬੋਲਦੇ ਨੇ ਆਪਾਂ, ਵਾਰਡਸ ਬੋਲਦੇ ਨੇ ਆ। ਸੋ ਦੋਨੋਂ ਗੱਲਾਂ ਮੈਚ ਕਰਦੀਆਂ ਨੇ। ਆਨਸਰ ਕੀ ਹੋਣਾ ਚਾਹੀਦਾ? ਬਿਲਕੁਲ ਸਹੀ, ਟਰੂ। ਯੂ ਮੇ ਲੂਜ਼ ਯੋਰ ਪਲੇਸ, ਲੂਜ਼ ਹੁੰਦਾ ਗਵਾ ਬਹਿਣਾ। ਤੁਹਾਡੀ ਜਗ੍ਹਾ ਜਿਹੜੀ ਕੇਅਰ ਹੋਮ ਦੇ ਵਿੱਚ, ਫੋਰ ਐਗਜ਼ਾਮਪਲ ਤੁਹਾਡੀ ਉੱਥੇ ਐਡਮਿਸ਼ਨ ਹੋਈ ਹੈ, ਤੁਹਾਡੀ ਉਹ ਬੈੱਡ ਬੁੱਕ ਆ, ਹੁਣ ਉਹ ਕਹਿੰਦਾ ਯੂ ਮੇ ਲੂਜ਼ ਯੋਰ ਪਲੇਸ, ਤੁਹਾਡੀ ਇਹ ਸੀਟ ਆ ਜਿਹੜੀ ਚਲੀ ਜਾਊਗੀ। ਬਿਕੋਜ਼ ਇਫ, ਜੇ ਤੁਸੀਂ ਕੀ ਕਰਦੇ ਹੋ, ਇਫ ਯੂ ਹੈਵ ਟੂ ਲੀਵ ਇਟ ਟੂ ਰਿਸੀਵ ਟ੍ਰਾਂਜੀਸ਼ਨ ਕੇਅਰ। ਮਤਲਬ ਆਪਾਂ ਹੁਣੇ ਦੇਖਿਆ ਹੀ ਨਾ ਥੋੜ੍ਹੀ ਦੇਰ ਪਹਿਲਾਂ, ਹਸਪੀਟਲ ਦੇ ਅੰਦਰ ਕੇਅਰ ਮਿਲ ਰਹੀ ਹੈ, ਬੈਟਰ ਰਿਕਵਰੀ ਦੇ ਲਈ ਉਹਨੂੰ ਟ੍ਰਾਂਜੀਸ਼ਨ ਕੇਅਰ ਦੇ ਦਿੱਤੀ। ਕਹਿੰਦਾ ਜੇ ਟ੍ਰਾਂਜੀਸ਼ਨ ਕੇਅਰ ਦੇ ਲਈ ਤੁਹਾਨੂੰ ਜਾਣਾ ਪੈਂਦਾ ਤਾਂ ਇੱਧਰ ਵਾਲੀ ਤੁਹਾਡੀ ਸਮਝ ਲਓ ਸੀਟ ਗਈ, ਮਤਲਬ ਇੱਧਰੋਂ ਵਾਪਸ ਇੱਧਰ ਨਹੀਂ ਆ ਸਕਦੇ ਤੁਸੀਂ। ਆਓ ਦੇਖਦੇ ਹਾਂ ਕਿ ਇੱਦਾਂ ਦੀ ਕੋਈ ਗੱਲਬਾਤ ਉਹਨੇ ਕੀਤੀ ਹੈ, ਕਿਉਂਕਿ ਲਾਸਟ ਕੁਐਸਚਨ ਆ। ਮੈਂ ਲਾਸਟ ਪੀਸ ਆਫ ਇਨਫੋਰਮੇਸ਼ਨ ਦੇ ਵਿੱਚ ਇਹਨੂੰ ਲੱਭਣ ਦੀ ਕੋਸ਼ਿਸ਼ ਕਰਾਂਗਾ, ਜੇ ਮਿਲੇਗਾ ਤੇ ਉਹਦੇ ਅਕੋਰਡਿੰਗਲੀ ਆਪਾਂ ਆਨਸਰ ਲਗਾਵਾਂਗੇ। 6ਵਾਂ ਕੁਐਸਚਨ ਹੈ ਟ੍ਰਾਂਜੀਸ਼ਨ ਕੇਅਰ ਮੇ ਬੀ ਗਿਵਨ ਔਨ ਏ ਹਸਪੀਟਲ ਸਾਈਟ। ਕਹਿੰਦਾ ਇਹ ਹਸਪਤਾਲ 'ਚ ਵੀ ਦਿੱਤੀ ਜਾ ਸਕਦੀ ਹੈ, ਮੇ ਬੀ, ਮਤਲਬ ਹੋ ਸਕਦਾ। ਦੋਨੋਂ ਗੱਲਾਂ ਬਿਲਕੁਲ ਮੈਚ ਕਰ ਰਹੀਆਂ ਨੇ,
ਇੱਥੇ ਕਹਿ ਰਿਹਾ ਕਿ ਇੱਕੋ ਹੀ ਪੈਰਾਗ੍ਰਾਫ ਹੈ, ਇੱਕੋ ਹੀ ਲਾਈਨ ਹੈ, ਕੋਈ ਫੁੱਲ ਸਟਾਪ ਨਹੀਂ, ਜਿਹਦੇ ਕਰਕੇ ਮੈਂ 2 ਲਾਈਨਾਂ ਪੜ੍ਹ ਲਾਂਗਾ। ਇਫ ਯੂ ਆਰ ਆਲਰੇਡੀ ਰਿਸੀਵਿੰਗ ਸਬਸਿਡਾਈਜ਼ਡ ਰੈਜ਼ੀਡੈਂਸ਼ੀਅਲ ਕੇਅਰ ਬਟ you need to go somewhere else for transition care। ਇੱਥੇ ਕਲੀਅਰ ਹੋ ਗਿਆ ਕਿ you may lose if you have to leave to receive transition care। ਜੇ ਤੁਹਾਨੂੰ transition care ਲਈ ਕਿਤੇ ਜਾਣਾ ਪਵੇਗਾ ਤਾਂ your place, ਮੈਨੂੰ place ਨਾਲ ਮਤਲਬ ਸੀਗਾ, ਇੱਧਰ ਉਹ ਕਹਿੰਦਾ you will lose, ਇੱਧਰ ਕਹਿੰਦਾ your place in aged care home will be held until you return। will be held ਮਤਲਬ ਕਾਇਮ ਰਹੇਗੀ, until ਬਹੁਤ ਇੰਟਰਸਟਿੰਗ ਇੰਗਲਿਸ਼ ਦਾ ਵਰਡ ਹੈ। until ਮਤਲਬ ਉਦੋਂ ਤੱਕ ਜਾਂ ਜਦੋਂ ਤੱਕ ਤੁਸੀਂ ਵਾਪਸ ਨਹੀਂ ਆ ਜਾਂਦੇ ਉਦੋਂ ਤੱਕ ਤੁਹਾਡੀ ਸੀਟ ਅਸੀਂ ਸਾਂਭ ਕੇ ਰੱਖਾਂਗੇ। ਕੁਐਸਚਨ ਕਹਿੰਦਾ ਤੁਹਾਡੀ ਸੀਟ ਉਦੋਂ ਹੀ ਚਲੀ ਜਾਏਗੀ, ਤਾਂ ਦੋਨੋਂ ਗੱਲਾਂ ਦਾ ਆਪਸ 'ਚ ਕੋਈ ਮੈਚ ਨਹੀਂ ਹੈ। ਆਨਸਰ ਇਜ਼ ਫਾਲਸ। ਤਾਂ ਤੁਸੀਂ ਦੇਖਿਆ ਕਿ ਅਗਰ ਤੁਸੀਂ ਥੋੜਾ ਜਿਹਾ ਪੇਸ਼ੈਂਸ ਦੇ ਨਾਲ, ਸਹਿਜ ਦੇ ਨਾਲ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਸਮਝ ਕੇ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਬਹੁਤ ਕਲੈਰਿਟੀ ਵੀ ਹੁੰਦੀ ਹੈ, ਤੁਹਾਡੀ ਐਕਿਊਰੇਸੀ ਵਧੇਗੀ। ਕਿਉਂਕਿ 5 ਬੈਂਡ ਦੇ ਲਈ ਤੁਸੀਂ ਕੋਈ 40 ਚੋਂ 40 ਠੀਕ ਨਹੀਂ ਕਰਨੇ, ਕੋਈ 24-25 ਵੀ ਠੀਕ ਕਰ ਲਓਗੇ ਤਾਂ ਵੀ ਤੁਹਾਡੇ ਬੈਂਡ ਬੜੇ ਆਰਾਮ ਨਾਲ ਆ ਜਾਣੇ ਨੇ। ਸੋ ਜਿਹਦੇ ਕਰਕੇ ਮੈਂ ਤੁਹਾਨੂੰ, ਅਗਰ ਤੁਸੀਂ ਸਾਡੇ ਨਾਲ ਲਾਈਵ ਟ੍ਰੇਨਿੰਗ ਲਈ ਜੁੜਦੇ ਹੋ ਜਿਹਦੇ ਵਿੱਚ ਤੁਹਾਡੀ 5 ਬੈਂਡ ਦੀ ਦਰਕਾਰ ਆ, ਅਸੀਂ ਉਹਨੂੰ ਪੂਰੀ ਕਰਨ 'ਚ ਤੁਹਾਡੀ 100% ਹੈਲਪ ਕਰਾਂਗੇ। ਸਾਡੀ ਖਾਸ ਤੌਰ ਤੇ ਟ੍ਰੇਨਿੰਗ GD ਸਟੂਡੈਂਟਸ ਲਈ ਜਿਹੜੇ ਆਲਰੇਡੀ ਵਿਦੇਸ਼ਾਂ 'ਚ ਬੈਠੇ ਆ, ਤੁਸੀਂ ਦੁਬਈ ਹੋ ਸਕਦੇ ਹੋ, ਸਿੰਗਾਪੁਰੋਂ, ਸਾਈਪ੍ਰਸ ਹੋ, ਤੁਸੀਂ ਕੁਵੈਤ, ਸਾਊਦੀ ਅਰੇਬੀਆ, ਕਿਸੇ ਵੀ ਕੰਟਰੀ 'ਚੋਂ ਤੇ ਤੁਹਾਨੂੰ ਕੈਨੇਡਾ ਮੂਵ ਕਰਨ 'ਚ ਹੈਲਪ ਚਾਹੀਦੀ ਹੈ ਜਾਂ ਆਲਰੇਡੀ ਤੁਸੀਂ ਕਿਸੇ ਨਾ ਕਿਸੇ ਤਰੀਕੇ ਕੈਨੇਡਾ ਪਹੁੰਚ ਚੁੱਕੇ ਹੋ ਤੇ ਅੱਜ PR ਦੇ ਲਈ ਤੁਹਾਡੀ ਸਿਰਫ 5 ਬੈਂਡ ਦੀ ਰਿਕੁਆਇਰਮੈਂਟ ਆ, ਸਾਨੂੰ ਕਨੈਕਟ ਕਰੋ। ਅਸੀਂ ਤੁਹਾਡੇ ਲਈ ਬਹੁਤ ਸਪੈਸ਼ਲ ਤੇ ਲਾਈਵ ਟ੍ਰੇਨਿੰਗ ਆਰਗੇਨਾਈਜ਼ ਕਰਾਂਗੇ। ਇੰਡੀਆ 'ਚ ਰਾਤ ਦੇ 10 ਵਜੇ ਆ, 12 ਵਜੇ ਆ, ਤੁਹਾਡੇ ਲਈ ਸੈਸ਼ਨਸ ਆਰਗੇਨਾਈਜ਼ ਹੋਣਗੇ ਤੇ ਤੁਸੀਂ ਦੇਖਣਾ ਕਿ ਕਿੱਦਾਂ 1 ਮਹੀਨੇ ਦੇ ਅੰਦਰ ਤੁਹਾਨੂੰ ਅਸੀਂ ਆਪਣਾ ਜਿਹੜਾ 5 ਬੈਂਡ ਦਾ ਟਾਰਗੇਟ ਅਚੀਵ ਕਰਨ 'ਚ ਹੈਲਪ ਕਰਾਂਗੇ। ਨੋ ਮੈਟਰ ਕਿ ਜਿਹੜਾ ਤੁਹਾਡਾ ਸਟੱਡੀ ਦਾ ਗੈਪ ਆ ਉਹ ਕਿੰਨੇ ਕੁ ਸਾਲਾਂ ਦਾ ਹੈਗਾ। ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਵੀਡੀਓ ਕਾਫੀ ਚੰਗਾ ਲੱਗਾ। ਕਮੈਂਟ ਜ਼ਰੂਰ ਕਰਿਓ ਤੇ ਲਾਈਕ ਵੀ ਕਰਿਓ ਤੇ ਆਪਣੇ ਫਰੈਂਡਸ ਨਾਲ ਸ਼ੇਅਰ ਵੀ ਕਰਿਓ। ਮਿਲਦੇ ਹਾਂ ਅਗਲੀ ਵੀਡੀਓ 'ਚ। ਟੇਕ ਕੇਅਰ।